ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਤੁਹਾਡਾ ਨੈਕਸਟ ਟੋਪਿਕ ਕਰ ਰਹੇ ਹਾਂ। ਆਪਣਾ ਚੈਪਟਰ ਚੱਲ ਰਿਹਾ ਸੀ ਇਮਿਊਨਾਈਜੇਸ਼ਨ ਐਂਡ ਇਮਿਊਨਿਟੀ ਜਾਣੀ ਰੋਗ ਪ੍ਰਤੀਰੋਧਕ ਸ਼ਕਤੀ ਅਤੇ ਇਮਿਊਨਾਈਜੇਸ਼ਨ ਜਾਣੀ ਟੀਕਾਕਰਨ। ਸੋ ਪਹਿਲੇ ਵੀਡੀਓ 'ਚ ਡਿਸਕਸ ਕਰ ਚੁੱਕੇ ਹਾਂ ਇਮਿਊਨਿਟੀ ਬਾਰੇ। ਆਪਾਂ ਅੱਜ ਗੱਲ ਕਰਾਂਗੇ ਇਮਿਊਨਾਈਜੇਸ਼ਨ ਜਾਣੀ ਟੀਕਾਕਰਨ ਬਾਰੇ, ਵੀ ਟੀਕਾਕਰਨ ਕੀ ਹੁੰਦਾ ਗਾ, ਕੀ ਹੈਗਾ। ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡਿਊਲ ਹੈ ਜਿਹੜਾ, ਉਹਦੇ ਵਿੱਚ ਕੀ ਹੈਗਾ, ਮਤਲਬ ਟੂਡੇ ਐਵਰੀ ਕੰਟਰੀ ਇਨ ਦਾ ਵਰਲਡ ਹੈਜ਼ ਅਡੋਪਟਡ ਦਾ ਇਮਿਊਨਾਈਜੇਸ਼ਨ ਸ਼ੈਡਿਊਲ ਟੂ ਪ੍ਰੋਟੈਕਟ ਦਾ ਚਿਲਡਰਨ ਫਰੋਮ ਫੈਟਲ ਡਿਜ਼ੀਜ਼। ਕਹਿੰਦੇ ਅੱਜ ਦੇ ਸਮੇਂ ਵਿੱਚ ਸੰਸਾਰ ਭਰ ਦਾ ਹਰੇਕ ਦੇਸ਼ ਨੇ ਟੀਕਾਕਰਨ ਸ਼ੈਡਿਊਲ ਨੂੰ ਅਪਣਾ ਲਿਆ ਹੈ, ਕਿਉਂਕਿ ਕਿਸ ਕਰਕੇ ਮਤਲਬ ਬੱਚਿਆਂ ਨੂੰ ਘਾਤਕ ਬਿਮਾਰੀਆਂ ਤੋਂ ਸੁਰੱਖਿਅਤ ਕਰ ਲਈ। National Immunization Schedule is being run by the Ministry of Health and Family Welfare of Government of India। ਇਹ ਨੈਸ਼ਨਲ ਇਮਿਊਨਾਈਜੇਸ਼ਨ ਯਾਨੀ ਟੀਕਾਕਰਨ ਜਿਹੜੀ ਹੈ ਆਪਣਾ, ਇਹ ਮਿਨਿਸਟਰੀ ਆਫ ਸਿਹਤ ਅਤੇ ਫੈਮਿਲੀ ਯਾਨੀ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ। ਅਤੇ ਇਹ ਭਾਰਤ ਵਿੱਚ 1978 ਵਿੱਚ ਸ਼ੁਰੂ ਹੋਇਆ ਸੀ। ਅਤੇ ਇਸ ਨੂੰ ਸਕਸੈਸ ਕਦੋਂ ਮਿਲੀ ਸੀ ਇਸ ਪ੍ਰੋਗਰਾਮ ਨੂੰ? 1985 ਵਿੱਚ। ਅਤੇ 1999 ਔਰ 90 ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੇ ਇਸ ਪ੍ਰੋਗਰਾਮ ਨੂੰ ਜੁਆਇਨ ਕਰ ਲਿਆ ਸੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੀ। ਇਹ ਕੀ ਹੁੰਦਾ, ਗਲੋਬਲ ਪੱਧਰ 'ਤੇ ਜਿਹੜਾ ਟੀਕਾਕਰਨ ਪ੍ਰੋਗਰਾਮ ਨਾ 1992 ਤੋਂ ਚੱਲਿਆ ਗਾ। ਅਤੇ ਇਸ ਨੇ ਕੀ ਹੁੰਦਾ, ਜਿਹੜੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਣਾ। Under this program, vaccination is done for the prevention of many diseases, out of which 7 main diseases are as following। ਇਸ ਜਿਹੜੇ ਪ੍ਰੋਗਰਾਮ ਦੇ ਹੇਠ ਕਹਿੰਦੇ ਵੈਕਸੀਨੇਸ਼ਨ ਕੀ ਕਰਦਾ ਹੈਗਾ, ਬਹੁਤ ਸਾਰੀਆਂ ਬਿਮਾਰੀਆਂ ਤੋਂ ਸੁਰੱਖਿਅਤ ਕਰਦਾ। ਅਤੇ ਉਹਨਾਂ ਵਿੱਚ 7 ਬਿਮਾਰੀਆਂ ਦੀ ਹੇਠ ਲਿਖੇ ਗੱਲ ਕਰ ਰਹੇ ਹਾਂ। ਪਹਿਲਾ ਡੈਪਥੀਰੀਆ ਯਾਨੀ ਗਲਘੋਟੂ, ਹੋਪਿੰਗ ਕਫ, ਅਵਾਈ ਖਾਂਸੀ ਸੀ। ਥਰਡ ਹੈਗਾ ਟੈਟਨਸ ਧੁਨਕਵਾ। ਫੋਰਥ ਪੋਲੀਓ। 5 ਮੈਜ਼ਲ ਯਾਨੀ ਖਸਰਾ। 6 ਟਿਊਬਰਕਲੋਸਿਸ ਯਾਨੀ TB। 7 ਹੈਪੇਟਾਈਟਸ B ਯਾਨੀ ਹੋ ਗਿਆ ਪੀਲੀਆ। ਸੋ ਇਹ ਸੀ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡਿਊਲ ਦੀ। ਇਸ ਵਿੱਚ ਕੀ ਹੁੰਦਾ ਗਾ, ਪਹਿਲੇ ਕੀ ਹੁੰਦਾ BCG ਦਾ ਇੰਜੈਕਸ਼ਨ ਲਗਾਇਆ ਜਾਂਦਾ ਗਾ। ਇਹ ਕੀ ਹੁੰਦਾ, ਇਹ ਇੰਜੈਕਸ਼ਨ TB ਦੀ ਬਿਮਾਰੀ ਤੋਂ ਪ੍ਰੀਵੈਂਟ ਕਰਦਾ। BCG ਦੀ ਫੁੱਲ ਫਾਰਮ ਹੁੰਦੀ ਆ ਵੈਕੀਲਸ ਕਲੇਮੈਟੀ ਗੁਰਾਈਨ। ਸੋ TB ਦੇ ਕੀ ਸਿੰਪਟਮ ਹੁੰਦੇ ਨੇ, ਬਲੱਡ ਵਿੱਚ ਖੰਘ ਆਉਂਦੀ ਜਦੋਂ, ਤਾਂ ਉਹਦੇ ਵਿੱਚ ਕੀ ਹੁੰਦਾ ਗਾ, ਖੂਨ ਆਉਂਦਾ ਗਾ। ਅਤੇ ਖੰਘ 3 ਹਫ਼ਤਿਆਂ ਤੋਂ ਜ਼ਿਆਦਾ ਰਹਿੰਦੀ ਹੈਗੀ। ਇਸ ਤੋਂ ਬਾਅਦ ਹੁੰਦਾ ਭੁੱਖ ਦੀ ਕਮੀ ਹੋ ਜਾਂਦੀ ਆ, ਭਾਰ ਘੱਟ ਜਾਂਦਾ ਗਾ। ਅਤੇ ਗਰਦਨ ਦੇ ਆਲੇ ਦੁਆਲੇ ਟੌਂਸਲਾਂ ਨੇੜੇ ਕੀ ਹੁੰਦੀ ਆ, ਸੋਜ ਹੋ ਜਾਂਦੀ ਹੈ ਅਤੇ ਕਮਜ਼ੋਰੀ ਆ ਜਾਂਦੀ ਹੈ। ਇਹ ਤੁਸੀਂ BCG ਇੰਜੈਕਸ਼ਨ। ਉਸ ਤੋਂ ਬਾਅਦ ਹੁੰਦੀ ਹੈ DPT ਯਾਨੀ ਡਪਥੀਰੀਆ ਪਰਟਿਊਟਸ ਟੈਟਨਸ। ਗਲਘੋਟੂ, ਕਾਲੀ ਖਾਂਸੀ ਅਤੇ ਟੈਟਨਸ ਤੋਂ ਜਿਹੜਾ ਇੰਜੈਕਸ਼ਨ ਪ੍ਰੀਵੈਂਟ ਕਰਦਾ ਉਹ ਹੁੰਦਾ DPT। ਇਸ ਤੋਂ ਬਾਅਦ ਗੱਲ ਆਉਂਦੀ ਹੈ ਪੋਲੀਓ ਕਿਤੇ ਪੋਲੀਓ ਡ੍ਰੌਪਸ ਦਿੱਤੀਆਂ ਜਾਂਦੀਆਂ ਹੈਗੀਆਂ ਬੱਚਿਆਂ ਨੂੰ। ਇਸ ਤੋਂ ਬਾਅਦ ਗੱਲ ਆਉਂਦੀ ਹੈ ਮੈਜ਼ਲ ਖਸਰੇ ਦੀ। ਖਸਰਾ ਦੇ ਵਿੱਚ ਕੀ ਹੁੰਦਾ ਗਾ, ਇਸ ਨੂੰ ਰੁਬੀਲਾ ਜਾਂ ਰੈੱਡ ਮੈਜ਼ਲ ਵੀ ਕਿਹਾ ਜਾਂਦਾ ਹੈਗਾ। ਅਤੇ ਇਹਦੇ ਵਿੱਚ ਕੀ ਹੁੰਦਾ ਹੈਗਾ, ਮਤਲਬ ਕਿ ਬੁਖਾਰ ਹੋ ਜਾਂਦਾ, ਖੰਘ ਹੋ ਜਾਂਦੀ ਆ, ਨੱਕ ਵਗਦਾ ਰਹਿੰਦਾ ਅਤੇ ਅੱਖਾਂ ਲਾਲ ਹੋ ਜਾਂਦੀਆਂ। ਅਤੇ ਚਿਹਰੇ 'ਤੇ ਕੀ ਹੁੰਦਾ ਗਾ, 2 ਜਾਂ 3 ਦਿਨਾਂ ਬਾਅਦ ਕੀ ਹੁੰਦਾ, ਸਿੰਪਟਮ ਦਿਖਾਈ ਦਿੰਦੇ ਹੈਗੇ। ਉਹਦੇ ਵਿੱਚ ਕੀ ਹੁੰਦਾ, ਚਿਹਰੇ 'ਤੇ ਵਾਈਟ ਸਪੋਟ ਮਤਲਬ ਚਿੱਟੇ ਦਾਗ ਧੱਬੇ ਚਿਹਰੇ 'ਤੇ ਦਿਸਦੇ ਨੇ। ਰੈੱਡ ਰੈਸ਼ਿਜ ਹੋ ਜਾਂਦੇ ਹੈਗੇ ਸਾਰੀ ਬੋਡੀ 'ਤੇ, ਮਤਲਬ ਸਾਰੇ ਸਰੀਰ 'ਤੇ ਹੁੰਦੇ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਟਾਈਫਾਇਡ। ਇਟ ਇਜ਼ ਕਾਜ਼ਡ ਡਿਊ ਟੂ ਬੈਕਟੀਰੀਆ ਕਾਲਡ ਸਾਲਮੋਨੈਲਾ ਟਾਈਫਾਇਡ। ਕਹਿੰਦੇ ਜਿਹੜਾ ਬੈਕਟੀਰੀਆ ਹੁੰਦਾ ਇਸ ਨੂੰ ਸਾਲਮੋਨੈਲਾ ਕਿਹਾ ਜਾਂਦਾ ਹੈਗਾ। ਇਹਦੇ ਸਿੰਪਟਮ ਹੁੰਦੇ ਟਾਈਫਾਇਡ ਦੇ, ਬੁਖਾਰ ਹੋ ਜਾਂਦਾ, ਪੇਟ ਦਰਦ ਹੁੰਦਾ, ਕਮਜ਼ੋਰੀ ਹੋ ਜਾਂਦੀ ਆ, ਸਿਰ ਦਰਦ ਹੁੰਦਾ। ਅਤੇ ਕਈ ਵਾਰ ਕੀ ਹੁੰਦਾ ਗਾ, ਸਰੀਰ 'ਤੇ
ਲਾਲ ਦਾਣੇ ਵੀ ਦਿਖਾਈ ਦਿੰਦੇ ਹਨ। ਅਤੇ ਵੈਕਸੀਨ ਇਜ਼ ਗਿਵਨ ਇਨ 2 ways ਟੂ ਟਰੀਟ ਅ ਟਾਈਫਾਇਡ ਪੇਸ਼ੈਂਟ। ਇਸ ਵਿੱਚ ਕਹਿੰਦੇ 2 ਤਰੀਕਿਆਂ ਨਾਲ ਟਾਈਫਾਇਡ ਪੇਸ਼ੈਂਟ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ। ਪਹਿਲਾ ਹੁੰਦਾ ਇਨਐਕਟਿਵ ਟਾਈਫਾਇਡ ਵੈਕਸੀਨ। ਇਟ ਇਜ਼ ਗਿਵਨ ਇਨ ਦੀ ਫਾਰਮ ਆਫ ਇੰਜੈਕਸ਼ਨ ਟੂ ਦਾ ਨਿਊ ਬੋਰਨ ਪੇਸ਼ੈਂਟਸ। ਇਸ ਵਿੱਚ ਕੀ ਹੁੰਦਾ ਗਾ, ਇੰਜੈਕਸ਼ਨ ਦੇ ਰੂਪ ਵਿੱਚ ਜਿਹੜੇ ਨਵੇਂ ਰੋਗੀ ਹੁੰਦੇ ਆ, ਮਤਲਬ ਜਨਮੇ ਰੋਗੀ ਹੁੰਦੇ ਆ, ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਇਹ ਇੰਜੈਕਸ਼ਨ ਦੇ ਰੂਪ ਵਿੱਚ। ਅਤੇ ਇਹਦਾ ਅਸਰ ਕਿੰਨੇ ਉਹ ਦਿਖਾਉਂਦਾ ਹੈਗਾ, 2 ਹਫ਼ਤੇ ਵਿੱਚ ਆਪਣਾ ਅਸਰ ਦਿਖਾਉਂਦਾ ਗਾ। ਸੈਕਿੰਡ ਹੁੰਦਾ ਐਕਟਿਵ ਟਾਈਫਾਇਡ ਵੈਕਸੀਨ ਔਰਲ। ਇਟ ਇਜ਼ ਗਿਵਨ ਇਨ ਦੀ ਫਾਰਮ ਆਫ ਕੈਪਸੂਲ ਟੂ ਦਾ ਅਡਲਟ ਪੇਸ਼ੈਂਟ। ਕਹਿੰਦੇ ਇਹ ਕੀ ਹੁੰਦਾ, ਜਿਹੜੇ ਬਾਲਗ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਕੈਪਸੂਲ ਦੇ ਰੂਪ ਵਿੱਚ ਦਿੱਤਾ ਜਾਂਦਾ ਹੈਗਾ। 4 ਡੋਜ਼ ਆਰ ਗਿਵਨ ਇਨ ਅ ਵੀਕ। 1 ਹਫ਼ਤੇ ਵਿੱਚ 4 ਖੁਰਾਕਾਂ ਦਿੱਤੀਆਂ ਜਾਂਦੀਆਂ। ਦ ਪੇਸ਼ੈਂਟ ਸ਼ੁੱਡ ਟੇਕ ਦਿਸ ਡੋਜ਼ ਆਫਟਰ ਮੀਲ ਅਲੋਂਗ ਵਿਦ ਨੋਰਮਲ ਔਰ ਲਿਊਕੋਵਾਰਮ ਵਾਟਰ। ਕਹਿੰਦੇ ਇਹਦੀ ਜਿਹੜੀ ਖੁਰਾਕ ਆ ਪੇਸ਼ੈਂਟ ਰੋਗੀ ਉਹ ਭੋਜਨ ਦੇ ਨਾਲ ਨੋਰਮਲ ਯਾਨੀ ਸਧਾਰਨ ਜਾਂ ਗੁਨਗੁਨੇ ਪਾਣੀ ਨਾਲ ਲੈ ਸਕਦਾ ਹੈ। ਦ ਔਰਲ ਵੈਕਸੀਨ ਇਜ਼ ਨੋਟ ਗਿਵਨ ਟੂ ਦ ਚਿਲਡਰਨ ਬਿਲੋ 6 years ਆਫ ਏਜ। ਕਹਿੰਦੇ ਇਹ ਜਿਹੜਾ ਮੌਖਿਕ ਟੀਕਾ ਹੁੰਦਾ ਗਾ ਟਾਈਫਾਇਡ ਦਾ, ਇਹ ਬੱਚਾ ਜਿਹੜਾ 6 ਸਾਲ ਤੋਂ ਹੇਠਾਂ ਗਾ ਉਹਨੂੰ ਨਹੀਂ ਦਿੱਤਾ ਜਾਂਦਾ। ਹੁਣ ਗੱਲ ਕਰਦੇ ਆਪਾਂ ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡਿਊਲ ਦੀ, ਵੀ ਕਿੱਦਾਂ ਉਹ ਕਰਦਾ ਗਾ। ਇਸ ਵਿੱਚ ਕੀ ਹੁੰਦਾ ਗਾ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਹੇਠ ਲਿਖੇ ਟੀਕੇ ਲਗਾਏ ਜਾਂਦੇ ਨੇ। ਸੋ ਪਹਿਲਾਂ ਗੱਲ ਕਰਾਂਗੇ ਆਪਾਂ ਗਰਭਵਤੀ ਔਰਤਾਂ ਨੂੰ ਕਿਹੜੇ ਇੰਜੈਕਸ਼ਨ ਲਗਾਏ ਜਾਂਦੇ। ਪਹਿਲਾ, ਡਿਊਰਿੰਗ ਪ੍ਰੈਗਨੈਂਸੀ ਐਜ਼ ਸੂਨ ਐਜ਼ ਪੋਸੀਬਲ ਟੈਟਨਸ ਫਸਟ ਵੈਕਸੀਨ। ਕਹਿੰਦੇ ਗਰਭ ਦੇ ਦੌਰਾਨ ਜਿੰਨੀ ਛੇਤੀ ਹੋ ਸਕੇ ਟੈਟਨਸ ਦਾ ਪਹਿਲਾ ਟੀਕਾ। ਉਸ ਤੋਂ ਬਾਅਦ 1 month ਆਫਟਰ ਟੈਟਨਸ 1 ਵੈਕਸੀਨ ਇਕੁਅਲ ਟੈਟਨਸ 2 ਵੈਕਸੀਨ। ਕਹਿੰਦੇ ਟੈਟਨਸ ਦਾ ਜਦੋਂ ਪਹਿਲਾ ਇੰਜੈਕਸ਼ਨ ਲੱਗ ਜਾਂਦਾ ਕਿਸੇ ਪ੍ਰੈਗਨੈਂਟ ਵੂਮੈਨ ਨੂੰ, ਤਾਂ ਉਹਦੇ 1 ਮਹੀਨੇ ਦੇ ਬਾਅਦ ਕਿਹੜਾ ਟੀਕਾ ਲੱਗਦਾ ਗਾ, ਟੈਟਨਸ ਦਾ ਦੂਜਾ ਟੀਕਾ। ਇਹ ਸੀ ਪ੍ਰੈਗਨੈਂਟ ਵੂਮੈਨ ਦੇ ਇੰਜੈਕਸ਼ਨ। ਇਸ ਤੋਂ ਬਾਅਦ ਗੱਲ ਹੁੰਦੀ ਬੱਚਿਆਂ ਲਈ। ਬੱਚਿਆਂ ਲਈ ਕੀ ਹੁੰਦਾ ਗਾ, ਇਮੀਡੀਏਟਲੀ ਆਫਟਰ ਬਰਥ BCG ਵੈਕਸੀਨ। ਕਹਿੰਦੇ ਜਨਮ ਦੇ ਤੁਰੰਤ ਬਾਅਦ BCG ਦਾ ਟੀਕਾ ਲੱਗਦਾ ਗਾ। BCG ਦੀ ਫੁੱਲ ਫਾਰਮ ਕੀ ਹੈ, ਵੈਕੀਲਸ ਕਲੇਮਾਟ ਗੁਰਾਈਨ। ਉਸ ਤੋਂ ਬਾਅਦ ਹੁੰਦਾ 1.5 ਮਹੀਨੇ 'ਤੇ DPT ਦਾ ਟੀਕਾ ਪਲੱਸ ਪੋਲੀਓ ਡਰੋਪਸ, ਯਾਨੀ ਕਿ ਕਹਿੰਦੇ 1.5 ਮਹੀਨੇ 'ਤੇ DPT ਦਾ ਪਹਿਲਾ ਟੀਕਾ ਲੱਗਦਾ, ਫਿਰ ਪੋਲੀਓ ਦੀਆਂ 1 ਬੂੰਦ। ਇਸ ਤੋਂ ਬਾਅਦ ਹੁੰਦਾ ਐਟ 2.5 months DPT ਸੈਕਿੰਡ ਪਲੱਸ ਪੋਲੀਓ ਸੈਕਿੰਡ ਡਰੋਪ। ਕਹਿੰਦੇ 2.5 ਮਹੀਨੇ ਦੇ DPT ਦਾ ਦੂਜਾ ਟੀਕਾ ਅਤੇ ਪੋਲੀਓ ਦੀਆਂ 2 ਬੂੰਦਾਂ। ਉਸ ਤੋਂ ਬਾਅਦ ਐਟ 3.5 months DPT ਥਰਡ ਪਲੱਸ ਪੋਲੀਓ ਥਰਡ ਡਰੋਪ। ਕਹਿੰਦੇ 3.5 ਮਹੀਨਿਆਂ 'ਤੇ DPT ਦਾ ਥਰਡ ਯਾਨੀ ਤੀਸਰਾ ਟੀਕਾ ਲੱਗਦਾ ਅਤੇ ਪੋਲੀਓ ਦੀਆਂ ਤੀਜੀਆਂ ਖੁਰਾਕ ਜਾਂ ਬੂੰਦਾਂ ਦਿੱਤੀਆਂ ਜਾਂਦੀਆਂ। ਇਸ ਤੋਂ ਬਾਅਦ ਐਟ ਦਾ 9 to 12 months 1 ਵੈਕਸੀਨ ਆਫ ਮੈਜ਼ਲ ਪਲੱਸ ਸੋਲਿਊਸ਼ਨ ਆਫ ਦਾ ਵਿਟਾਮਿਨ A। ਕਹਿੰਦੇ 9 ਤੋਂ 12 ਮਹੀਨਿਆਂ ਵਿੱਚ ਕੀ ਹੁੰਦਾ ਗਾ, ਖਸਰੇ ਦਾ ਟੀਕਾ ਲੱਗਦਾ ਪਲੱਸ ਵਿਟਾਮਿਨ A ਦਾ ਘੋਲ ਦਿੱਤਾ ਜਾਂਦਾ। ਦਿਸ ਇਜ਼ ਦਾ ਫਸਟ ਡੋਜ਼ ਦੈਨ ਇਟ ਇਜ਼ ਗਿਵਨ ਆਫਟਰ 6 months। ਕਹਿੰਦੇ ਇਹ ਇਸ ਦੀ ਪਹਿਲੀ ਖੁਰਾਕ ਹੈ ਅਤੇ ਫਿਰ ਇਹ ਹਰ 6 ਮਹੀਨੇ ਬਾਅਦ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਹੁੰਦਾ ਐਟ 16 to 24 months DPT ਪਲੱਸ ਪੋਲੀਓ ਬੂਸਟਰ ਡੋਜ਼। ਕਹਿੰਦੇ 16 ਤੋਂ 24 ਮਹੀਨਿਆਂ 'ਤੇ DPT ਦਾ ਟੀਕਾ ਅਤੇ ਪਲੱਸ ਪੋਲੀਓ ਦੀ ਬੂਸਟਰ ਖੁਰਾਕ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਐਟ 5 to 6 years DPT ਵੈਕਸੀਨ। ਕਹਿੰਦੇ 5 ਤੋਂ 6 ਸਾਲਾਂ 'ਤੇ DPT ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ 10 ਸਾਲ ਜਾਂ 16 ਸਾਲ 'ਤੇ DPT ਦਾ ਟੀਕਾ ਲਗਾਇਆ ਜਾਂਦਾ ਹੈ। ਸੋ ਸਟੂਡੈਂਟਸ, ਇਹ ਤੁਹਾਡਾ ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡਿਊਲ ਆ ਗਿਆ। ਮਤਲਬ ਇਹਨੂੰ ਸਾਰਿਆਂ ਨੇ ਪ੍ਰੈਕਟੀਕਲ 'ਤੇ ਹੀ ਲਿਖਣਾ ਤੁਸੀਂ, ਇਹ ਆਪਣਾ ਤੁਹਾਡਾ ਪ੍ਰੈਕਟੀਕਲ ਹੀ ਹੈ। ਸੋ ਇਹਦੀ ਹੁਣ ਤੁਹਾਨੂੰ ਵੈਸੇ ਬੇਸਿਕ ਨੌਲੇਜ ਲਈ ਦੱਸ ਦਿੰਦੇ ਹਾਂ। ਇਹ ਵੈਕਸੀਨ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਫੈਟਰ ਡਿਜ਼ੀਜ਼ ਤੋਂ ਪ੍ਰੀਵੈਂਟ ਕਰਦੇ ਆ ਸਾਨੂੰ, ਪਰ ਕਈ ਵਾਰ ਕੀ ਹੁੰਦਾ ਗਾ, ਇਹਨਾਂ ਦੇ ਕੁਝ ਸਾਈਡ ਇਫੈਕਟ ਵੀ ਹੋ ਜਾਂਦੇ ਨੇ। ਸਾਈਡ ਇਫੈਕਟ ਜਿੱਦਾਂ ਕੀ ਹੁੰਦਾ ਗਾ, ਬੁਖਾਰ ਹੋ ਜਾਂਦਾ ਜਾਂ ਰੈਡਨੈਸ, ਜਿੱਥੇ ਇੰਜੈਕਸ਼ਨ ਲੱਗਦਾ ਉਹ ਜਗ੍ਹਾ 'ਤੇ ਲਾਲੀ ਹੋ ਜਾਂਦੀ ਆ, ਲਾਲ ਹੋ ਜਾਂਦੀ ਆ, ਐਲਰਜੀ ਹੋ ਜਾਂਦੀ ਹੈਗੀ,
ਡਾਇਰੀਆ ਇਨ ਸਮ ਚਿਲਡਰਨ, ਕਈ ਬੱਚਿਆਂ ਨੂੰ ਕੀ ਹੋ ਜਾਂਦਾ ਹੈਗਾ, ਦਸਤ ਵਗੈਰਾ ਲੱਗ ਜਾਂਦੇ ਨੇ। ਕਿਸੇ ਨੂੰ ਪੇਨ ਵੀ ਹੁੰਦਾ, ਦਰਦ ਵਗੈਰਾ। ਰੈਸਟਲੈਸਨੈਸ ਮਤਲਬ ਆਰਾਮ ਦੀ ਘਾਟ ਹੋ ਜਾਂਦੀ ਹੈ, ਬੰਦੇ ਨੂੰ ਆਰਾਮ ਨਹੀਂ ਮਿਲ ਪਾਉਂਦਾ ਕਿਉਂਕਿ ਉਹਨਾਂ ਦੇ ਇੰਜੈਕਸ਼ਨਾਂ ਵੈਸੇ ਦਰਦ ਹੋ ਰਿਹਾ ਹੁੰਦਾ ਤਾਂ ਕਰਕੇ ਉਹ ਆਰਾਮ ਨਹੀਂ ਕਰ ਪਾਉਂਦੇ। ਸੋ ਸਟੂਡੈਂਟ ਤੁਹਾਡਾ ਇਹ ਸੀ ਨੈਸ਼ਨਲ ਇਮਿਊਨਾਈਜੇਸ਼ਨ ਸ਼ੈਡਿਊਲ।